भैया कहना वीडियो का ध्यान रखो, कहता बंद ना हो, फोकस ना खराब हो जाए। चल चलन ते पिया कितना ही आम जावे कुला नहीं कर चलन सांतर मार के आई तो केड़ा बनाया आज तो पहला मेरे पास पहला मेरा है ना ठीक है चलो चलो जी भाई वो लिमिट थोड़ी बहुत प्रॉब्लम आ सकती है, प्लीज जेकर ना समझ लो कुछ हो। ओके फ्लोर के चलो जी ਇਹਦੇ ਵਿੱਚ ਅਸੀਂ ਕੋਆਰਡੀਨੇਸ਼ਨ ਕੰਪਾਊਂਡ ਦਾ ਸੈਕੰਡ ਟੌਪਿਕ ਕਰਾਂਗੇ ਅੱਜ। ਆਈਸੋਪੈਕ ਨੋਮਨਕਲੇਚਰ ਆਫ ਕੋਆਰਡੀਨੇਸ਼ਨ ਕੰਪਾਊਂਡ। ਵਾਟ ਇਜ਼ ਦ ਮੀਨਿੰਗ ਆਫ ਨੋਮਨਕਲੇਚਰ? ਕੋਈ ਨੋਮਨਕਲੇਚਰ ਕੀ ਹੁੰਦਾ ਵਾ? ਤੁਹਾਡਾ ਨੋਮਨਕਲੇਚਰ ਕੀ ਹੈ? ਮਨਜੋਤ ਤੁਸੀਂ ਦੱਸੋ ਤਾਂ ਨੋਮਨਕਲੇਚਰ ਕੀ ਹੈ? ਤੁਹਾਡਾ ਨਾਮ ਕੀ ਹੈ? मंजूर ਮਨਜੋਤ ਕੌਰ। ਠੀਕ ਹੈ ਜੀ। ਇਹਦਾ ਮਤਲਬ ਹੁੰਦਾ ਨੇਮ। ਨੇਮ ਠੀਕ ਹੈ ਜੀ। यस बीन कोई नेमिंग करते हैं। और देखो जी तुम किसी भी कंट्री चल जाते जी, मान लो तुम चलो वैसे तो बाहर जाके दिहाड़ी करनी है आप जे मतलब कोई घाटी पढ़ ले के पीएचडी वगैरह बाहर करके जाता वा उत्थे जिन्ने भी कैमिकल देखोगे ना उनका नाम अपने नाल मिलता जुलता ही होगा, फर्क एक माड़ा जिहा फर्क नहीं होगा क्योंकि आ जी यूनियन होती है ना इंटरनेशनल यूनियन ऑफ फिजिकल एंड अप्लाइड केमिस्ट्री, ਇਹਦੇ ਅਕੋਰਡਿੰਗ ਹਰ ਕਿਸੇ ਕੈਮੀਕਲ ਦੇ ਸੇਮ ਨਾਮ ਰੱਖੇ ਜਾਂਦੇ ਆ। ਜੇ NaCl ਸਾਡਾ ਇੱਥੇ ਸੋਡੀਅਮ ਕਲੋਰਾਈਡ ਹੈ ਬਾਹਰ ਜਾ ਕੇ ਵੀ ਉਹ ਸੋਡੀਅਮ ਕਲੋਰਾਈਡ ਹੀ ਹੋਊਗਾ, ਉਹਦੇ ਨਾਮ 'ਚ ਕੋਈ ਫਰਕ ਨਹੀਂ ਹੋਊਗਾ। ਜੇ ਤੁਸੀਂ ਮਥੇਨ ਗੈਸ ਦੀ ਗੱਲ ਕਰਦੇ ਜੇ ਤਾਂ CH4 ਹੀ ਹੋਊਗੀ, ਇਹ ਚੀਜ਼ 'ਚ ਕੋਈ ਫਰਕ ਨਹੀਂ ਆਊਗਾ। ਸੋ ਇਸ ਕਰਕੇ ਜਿਹੜੀ ਇਹ ਹੈਗੀ ਨਾ ਆਈਸੋਪੈਕ ਇਹਦੇ ਅਕੋਰਡਿੰਗ ਨੇਮਿੰਗ ਕੀਤੀ ਜਾਂਦੀ ਹੈ। ਸੋ ਅਸੀਂ ਨੇਮਿੰਗ ਕਰਨੀ ਸਿੱਖਣੀ ਹੈ, ਕਿੱਦਾਂ ਨੇਮਿੰਗ ਕਰਨੀ ਹੈ ਕੋਆਰਡੀਨੇਸ਼ਨ ਕੰਪਾਊਂਡ ਦੀ, ਉਹ ਵੇਖ ਲਓ ਜੀ। ਸਭ ਤੋਂ ਪਹਿਲਾ ਰੂਲ ਹੈ ਇਹਦੇ ਵਿੱਚ ਦੇਖੋ, ਜਿਵੇਂ ਹੋਰ ਹੀ ਇਨਆਰਗੈਨਿਕ ਕੰਪਾਊਂਡ ਪੜ੍ਹਿਆ ਉਹਦੇ ਵਿੱਚ ਪੀ ਬਲੌਕ ਦੇ ਵਿੱਚ ਵੀ ਪੜ੍ਹੇ, ਉਸ ਤੋਂ ਪਹਿਲਾਂ ਜਿਹੜੇ ਚੈਪਟਰ ਕੀਤੇ ਆ ਉਹਨਾਂ ਦੇ ਜਿਹੜੇ ਹੀ ਜਿੰਨੇ ਵੀ ਇਨਆਰਗੈਨਿਕ ਕੰਪਾਊਂਡ ਪੜ੍ਹੇ ਆ, ਜਿੱਦਾਂ ਉਹਨਾਂ ਦੀ ਨੇਮਿੰਗ ਹੁੰਦੀ ਆ ਉਦਾਂ ਹੀ ਕੋਆਰਡੀਨੇਸ਼ਨ ਕੰਪਾਊਂਡ ਦੀ ਨੇਮਿੰਗ ਹੋਊਗੀ। ਮੈਂ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਚੱਲਦਾ ਹਾਂ। ਬੈਸਟ ਐਗਜ਼ਾਮਪਲ ਹੈ ਸਾਡੇ ਇੱਥੇ NaCl। ਠੀਕ ਹੈ ਜੀ। ਦੇਖੋ ਜੀ ਜਦੋਂ NaCl ਨੂੰ ਹੀ ਕਿਸੇ ਵੀ ਐਕਵਾ ਸੋਲੂਸ਼ਨ ਦੇ ਵਿੱਚ ਮਿਕਸ ਕਰਾਂਗੇ, ਪਾਣੀ 'ਚ ਮਿਕਸ ਕਰਾਂਗੇ, ਕੀ ਹੋਊਗਾ? ਇਹ ਆਪਦੇ ਆਇਨ ਡਿਸੋਸੀਏਟ ਕਰ ਦਿੰਦਾ ਵਾ, ਆਪਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਬ੍ਰੇਕ ਕਰ ਦਿੰਦਾ ਵਾ। ਕਿੱਦਾਂ ਕਿਵੇਂ ਕਨਵਰਟ ਹੋ ਜਾਊਗਾ ਦੱਸੋ ਤੁਹਾਨੂੰ? Na ਪੋਜ਼ਿਟਿਵ ਹੋ ਜਾਊਗਾ, Cl ਨੈਗੇਟਿਵ ਹੋ ਜਾਊਗਾ। ਸੋ ਜਿਹੜਾ ਇਹ ਵਾਲਾ ਪਾਰਟ ਹੈ ਇਹਨੂੰ ਬੋਲਾਂਗੇ ਅਸੀਂ ਅਨਾਇਨ ਤੇ ਕਟਾਇਨ। ਇਹ ਕਿਹੜਾ ਪਾਰਟ ਹੈ ਦਾ NaCl ਦਾ? NaCl ਇੱਕ ਇਨਆਰਗੈਨਿਕ ਕੰਪਾਊਂਡ ਹੈ। ਜਦੋਂ ਇਹਨੂੰ ਵਾਟਰ ਵਿੱਚ ਮਿਕਸ ਕੀਤਾ ਇਹਨੇ ਆਪਣੇ ਆਇਨ ਜਿਹੜੇ ਡਿਸੋਸੀਏਟ ਕਰਤੇ, ਮੀਨ ਆਇਨ ਜਿਹੜੇ ਬ੍ਰੇਕ ਹੋ ਗਏ, ਇਹਦੇ ਪੋਜ਼ਿਟਿਵ ਆਇਨ ਅਲੱਗ ਹੋ ਗਏ, ਨੈਗੇਟਿਵ ਅਲੱਗ ਹੋ ਗਏ। ਸੋ ਦੋਸਤੋ ਇਹ ਕੀ ਹੋਊਗਾ ਇਹਦੇ ਵਿੱਚ? ਅਨਾਇਨ ਹੋਊਗਾ, ਕਟਾਇਨ ਹੋਊਗਾ? कटायन होगा, कटायन भी पॉजिटिव। और क्लोरीन की होगा जी अनायन। तो सेम एक ही साडे कोऑर्डिनेशन कंपाउंड जिन्हां दा पिछला लेक्चर अटेंड कीता ना उन्होंने चीज पता होगी, बाकी जिहड़ा वीडियो ध्यान देवे उन्होंने पता होगा, अदरवाइज अदर जेहड़े होर स्टूडेंट उन्होंने नहीं पता होगा। सो जेहड़े साडे कोऑर्डिनेशन कंपाउंड भी दो तरह के होंदे हैं, उच भी अनायनिक स्पीशीज होंदियां वा और कटायनिक स्पीशीज होंदियां वा। तो असीं दोनों की गल करनी, दोनों की नेमिंग करनी सीखनी है कि नेमिंग होंदी किदां वा। काफी लंबा नाम देऊगा, ਜਿਵੇਂ ਤੁਹਾਡੇ ਪੜਦਾਦੇ ਦਾ ਨਾਮ, ਫਿਰ ਦਾਦੇ ਦਾ ਨਾਮ, ਦਾਦੇ ਤੋਂ ਬਾਅਦ ਤੁਹਾਡਾ ਨਾਮ, ਤੁਹਾਡੇ ਫਾਦਰ ਸਾਹਿਬ ਦਾ ਨਾਮ, ਫਿਰ ਤੁਹਾਡਾ ਨਾਮ, ਇਦਾਂ ਕਰਕੇ ਫਿਰ ਅੱਗੇ ਗੋਲ ਜੋ ਵੀ ਸਾਰਾ ਕੁਝ ਲੱਗੂਗਾ। ਕਾਫੀ ਜਗ੍ਹਾ ਕਿਦਾਂ ਦਾ ਨਾਮ ਪੜਨਾ ਵਾ। ਔਰ ਜਿਹਨੇ ਨੀਟ ਵਗੈਰਾ ਕਲੀਅਰ ਕਰਨਾ ਵਾ ਉਹਨੂੰ ਵੀ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਊਗੀ। ਜਿਹਨੇ ਬੋਰਡ ਦੇ ਪੇਪਰ ਦੇਣੇ ਆ ਸਿਰਫ ਉਹਦੇ ਵਾਸਤੇ ਥੋੜਾ ਸਾ ਸਕਦਾ ਵਾ, ਪਰ ਨੇਮਿੰਗ ਕਰਨੀ ਸਿੱਖਣੀ ਪਊਗੀ। ਸੋ ਦੇਖੋ ਜੀ ਇਹਦੇ ਵਿੱਚ ਕਟਾਇਨ ਹੈ ਔਰ ਅਨਾਇਨ ਹੈ। ਸੋ ਕਟਾਇਨ ਦੇ ਵਿੱਚ ਕੀ ਹੁੰਦਾ ਵਾ ਦੱਸੋ? Na ਨੂੰ ਕੀ ਬੋਲਦੇ ਸੀ? ਇਹਦਾ ਨਾਮ ਜੋ ਕੀ ਹੋਊਗਾ ਉਹਨੇ ਦੱਸਿਆ? ਹਾਂਜੀ ਬੋਲਿਓ, ਕੌਨਫੀਡੈਂਸ ਨਾਲ ਬੋਲਿਆ ਕਰੋ। ਵੈਰੀ ਗੁੱਡ, ਸੋਡੀਅਮ। ਤੇ Cl ਦਾ ਕੀ ਹੋਊਗਾ ਜੀ? ਕਲੋਰਾਈਡ। ਸੋ ਦੇਖੋ ਜੀ NaCl ਦਾ ਮੈਂ ਇੱਕ ਐਗਜ਼ਾਮਪਲ ਲਈ ਹੈ ਕਿ ਇਹਦਾ ਕਿਹੜੀ ਕੰਪਾਊਂਡ ਹੈ, ਤੁਹਾਨੂੰ ਇਦਾਂ ਸੌਖੀ ਐਗਜ਼ਾਮਪਲ ਲੈ ਕੇ ਦੱਸਿਆ ਕਿ ਇਦਾਂ ਨੇਮਿੰਗ ਕਰਨੀ ਹੈ। और कोऑर्डिनेशन की ਜਿਹੜਾ कोऑर्डिनेशन कंपाउंड है ਉਹਦੀ ਨੇਮਿੰਗ ਕਾਫੀ ਮੁਸ਼ਕਿਲ ਹੋ ਸਕਦੀ ਹੈ, ਕਾਫੀ ਟਿਪੀਕਲ ਹੋਊਗੀ। ਚਲੋ ਅੱਗੇ ਚੱਲਦੇ ਹਾਂ ਆਪਣੇ ਪੁਆਇੰਟ ਦੇ ਉੱਤੇ ਹੀ। ਸੋ ਇਹਦੇ ਵਿੱਚ ਦੇਖੋ ਜੀ ਚਲੋ ਜੀ ਉਧਰ ਅਸੀਂ ਦੋ ਸਪੀਸੀਜ਼ ਕੀਤੀਆਂ ਸੀ, ਇੱਕ ਅਨਾਇਨਿਕ ਵੀ ਕੀਤੀ
ਕੀ ਹੀ ਕਟਾਈਨਿਕ ਦੀ ਦਿੱਤੀ ਮੈਂ ਐਗਜ਼ਾਮਪਲ ਲੈ ਕੇ ਦੱਸ ਦਿੰਦਾ ਇਸ ਨਾਲ ਹੀ ਬਣਾ ਲੈਂਦੇ ਆ ਇਦਾਂ ਕਰੇ ਫੋਲੋ ਬਣਾ ਲੈਂਦੇ ਆ ਸੋ ਦੇਖੋ ਜੀ ਅਨਾਇਨਿਕ ਦੇ ਵਿੱਚ ਕੀਤਾ ਸੀ ਕੋਬਾਲਟ ਔਰ ਇਹਦੇ ਨਾਲ ਆ ਗਿਆ ਜਿਹੜਾ ਲਿਗੈਂਡ ਹੈ NH3 ਔਰ ਇਹਦੇ 6 ਮੋਲੀਕੂਲ ਇਹ ਬਈ ਫਸਟ ਮੋਲੀਕੂਲ ਹੀ ਜਿਹਦੇ ਉੱਤੇ ਵਰਨਰ ਨੇ ਸਰਚ ਕੀਤੀ ਸੀ ਔਰ ਜਿਹੜੀ ਕੋਆਰਡੀਨੇਟ ਐਂਟੀ ਹੁੰਦੀ ਹੈ ਜਾਂ ਕੋਆਰਡੀਨੇਟ ਸਫੀਅਰ ਹੁੰਦਾ ਵਾ ਉਹਨੂੰ ਇਦਾਂ ਨੋਟ ਕਰਦੇ ਸਫੀਅਰ ਬ੍ਰੈਕਟ ਦੇ ਵਿੱਚ ਔਰ ਇਹਦੇ ਬਾਹਰ ਲਿਗੈਂਡ ਦੁਆਰਾ ਕਹਿੰਦੇ ਨੇ CL3 ਠੀਕ ਹੈ ਜੀ ਭਾਈ ਇਹ ਪਹਿਲਾ ਕੰਪਾਊਂਡ ਹੈ ਜਿਹਦੇ ਉੱਤੇ ਵਰਨਰ ਨੇ ਸਟੱਡੀ ਕੀਤੀ ਪਲੀਜ਼ ਆਪਣੀ ਕਾਪੀ ਚੈੱਕ ਕਰ ਦਿਓ ਜੇ ਇਹਨੇ ਕਾਪੀ ਬਣਾਈ ਹੈ ਕਾਪੀ ਤੇ ਲਿਖਿਆ ਹੋਇਆ ਉਹਦੇ ਤੇ ਲਿਖਿਆ ਹੋਊਗਾ ਸੋ ਦੇਖੋ ਜੀ ਇਹ ਕਿਹੜੀ ਸਪੀਸੀਜ਼ ਹੈ ਆ ਕਿਹੜੀ ਸਪੀਸੀਜ਼ ਹੈ ਕਟਾਈਨਿਕ ਕਿ ਅਨਾਇਨਿਕ ਕਟਾਈਨਿਕ ਕਿੰਨਾ ਪਤਾ ਲੱਗਦਾ नहीं पता लगता चलो एक मिनट अगर ये तो 3 पॉजिटिव रहा तो फिर पता लग जाएगा यस सर ठीक है जी क्योंकि अगर ये तो 3 पॉजिटिव तैयार करेंगे तो 3 नेगेटिव होगा की हो जाएंगे आपस में न्यूट्रल हो जाएंगे इस करके 3 पॉजिटिव लोगों की लोड नहीं होती ठीक है जी चलो जी उस तो बाद कहीं सेकंड स्पीशीज की गल करते हैं नई स्पीशीज की वो भी मैं दवाई दूं ਤੁਹਾਨੂੰ K4 और अंदर हैगा जी सेंट्रल मैटर एटम हैगा वा Fe और ਇਹਦੇ ਨਾਲ ਆ ਜਾਊਗਾ साइनो 6 मॉलिक्यूल है और स्क्वायर ब्रैकेट क्लोज कर दो हाँ जी ਹੁਣ ਦੱਸੋ ਦੱਸੋ ਜੀ ਇਹ ਕਿਹੜੀ ਸਪੀਸੀਜ਼ ਹੈ ਇਹ ਕਿਹੜੀ ਸਪੀਸੀਜ਼ ਹੈ ਦੱਸੋ ਇਹ ਨਾਈਨਿਕ ਸਪੀਸੀਜ਼ ਹੈ अगर मैं ये चार्ज की गल करा इतने 4 नेगेटिव चार्ज होगा और ये उत्ते 4 पॉजिटिव होगा और ये आपस में न्यूट्रल हो जाते हैं इस करके लिखने की लोड़ नहीं होती है ठीक है जी और ये ताड़ी नाइनिक स्पीसीज है प्लीज देख लो नाल ये वाली कटाइनिक स्पीसीज है और ये वाली नाइनिक स्पीसीज है ठीक है जी चलो जी ਹੁਣ ਇਹਦੀ ਅੱਗੇ ਨੇਮਿੰਗ ਤੇ ਹੀ ਹੋਣੇ ਆ ਡਾਇਰੈਕਟ ਸੋ ਨੇਮਿੰਗ ਵਾਸਤੇ ਦੇਖੋ ਜੀ ਪਹਿਲਾਂ ਤਾਂ ਦੋ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਜਿਹੜਾ ਕਬਾਲਟ ਹੈ ਇੱਥੇ ਕੀ ਹੈ ਜੀ ਦੱਸੋ ਮੈਨੂੰ ਕਬਾਲਟ ਕੀ ਹੈ ਇੱਥੇ ਉਹ ਨਹੀਂ ਪੜਿਆ ਬਿਲਕੁਲ ਡਫਰ ਹੋ ਗਈ ਤੁਸੀਂ ਸਾਰੇ ਕਬਾਲਟ ਕੀ ਹੈ ਜੀ ਦੱਸੋ ਮੈਨੂੰ ਕਾਪੀ ਤੇ ਅੱਗੇ ਦੱਸ ਦਿਓ CO नहीं की बोलते हैं कि की है थे चलो नोट कर लो ये होता है सेंट्रल मेटल एटम इन्हों बोलते हैं सेंट्रल मेटल एटम और ये नाल की है जी इतनी की है जो 6 मॉलिक्यूल है वो की है जी भाई पढ़ के आएगा वो नहीं पता चला लिगेंड्स बोलते हैं लिगेंड्स और ये सारे जो भी बोल देते हैं जी आड़ा स्क्वायर ब्रैकेट ਦੇ ਵਿੱਚ ਹੈ ਇਹਨੂੰ ਕੀ ਬੋਲ ਦਿੰਦੇ ਆ ਇਹਨੂੰ ਬੋਲ ਦਿੰਦੇ ਜੀ ਕੋਆਰਡੀਨੇਸ਼ਨ ਐਂਟੀ ਜਾਂ ਕੋਆਰਡੀਨੇਸ਼ਨ ਸਫੀਅਰ ਠੀਕ ਹੈ ਜੀ ਇਹ ਵੀ ਨੋਟ ਕਰ ਲਓ ਫਿਰ ਇਹਨੂੰ ਬੋਲਦੇ ਆ ਕੋਆਰਡੀਨੇਸ਼ਨ ਸਫੀਅਰ ਜਾਂ ਫਿਰ ਕੋਆਰਡੀਨੇਸ਼ਨ ਐਂਟੀ ठीक है जी और भाई ये बाहर लगा है तो बोलेंगे जरा क्लोरीन लगा तो बोलेंगे ये भी चेता बोल रहे कोऑर्डिनेशन कंपाउंड तो सॉरी काउंटर आयन चलो ये तो टेस्ट किया जाए दसो की होगा इसमें K4 की होगा पोटेशियम 4 है दसो बड़ा औखा है ਤੁਹਾਡੇ ਵਾਸਤੇ ਬਹੁਤ ਔਖਾ ਵਾ ਕੀ ਹੈ ਜੀ ਕੜਾਈ ਵਾਲਾ ਕਿੱਥੇ ਹੈਗਾ ਜੀ ਕਾਊਂਟਰ ਆਇਨ ਇਹਨੂੰ ਬੋਲਦੇ ਆ ਕਾਊਂਟਰ ਆਇਨ Fe ਕਿਉਂ ਹੋਇਆ ਇੱਥੇ ਸੈਂਟਰਲ मेटल है और Cl की है ये थे हाँ जी अच्छा लिगेंड्स और भाई लिगेंड्स केड़ी वैलेंसी फुलफिल करता था प्रोफाइल छड़ा केड़ी वैलेंसी फुलफिल करता प्राइमरी वैलेंसी करता कि सेकेंडरी करता था केड़ी गलत सेकेंडरी वैलेंसी फुलफिल करता लिगेंड
ਚਲੋ ਜੀ ਪਲੀਜ਼ ਇਹਨੂੰ ਨੋਟ ਕਰ ਲਿਓ ਔਰ ਮੈਂ ਇਹਨੂੰ ਰੱਦ ਕਰਕੇ ਫਿਰ ਅੱਗੇ ਆਪਦਾ ਸ਼ੁਰੂ ਕਰ ਦਾਂਗਾ ਜੀ ਰੰਗ ਕਾਣੀ ਠੀਕ ਹੈ ਜੀ ਇਹ ਹੈਗਾ ਵਾ ਪਿਛਲਾ ਇਹ ਨਹੀਂ ਦੱਸਣਾ ਚਾਹੀਦਾ ਪਰ ਦੱਸਦਾ ਮੈਂ ਠੀਕ ਹੈ भाई पढ़िया जाओ प्लीज ये चैप्टर एडा सौखा नहीं समझाना था जब तुम समझी जाते ना एडा सौखा वा दिमाग तो भुल के कौन हो रहा ठीक है जी ये ਤੁਹਾਡੀ ਆ ਗਈ ਆ ਕਟਾਈਨਿਕ ਸਪੀਸੀਜ਼ और ये ਤੁਹਾਡੀ ਆ ਗਈ ਨਾਈਨਿਕ ਸਪੀਸੀਜ਼ मैं पढ़ के आ गई थी ना ना भाई चलो आज थोड़ा मेरा हाथ भी सही नहीं चलता पाया चलो कोई गल नहीं तो मेरी फर्स्ट रूल वो की है इतना करके हेडिंग बना लो कॉपी के उत्ते रूल फॉर राइटिंग द फार्मूला अहीं फार्मूला लिखना नहीं फार्मूला पता कीता सानू नेम दिता होगा तो फार्मूला बनाना सानू नेम दिता होगा अहीं करना ही फार्मूला बनाना ठीक है जी और कितना फार्मूला बनांदा जिवें आ लिखा CONA36 सानू सानू नेम जिवें NaCl लिखा होगा सानू सोडियम क्लोराइड दिता होगा तुसीं की करना वा सोडियम क्लोराइड ते ये बना के पाउणा इदा ये नाम जोड़ा वा तो दिता होगा तुम इसका फार्मूला बनाना कि कबाल्ट इन्ना वा Na3 इन्ना लगा वा कॉन्ट्राइड किन्ने आए हैं सारा कुछ दसना वो कुछ रूल होंगे वो रूल हम फॉलो करते हैं तो नोट कर लो जी रूल्स फॉर राइटिंग द फार्मूला rules for writing the formula ठीक है जी और ये देखो जी अगर ਤੁਹਾਡੇ ਕੋਲ दोनों स्पीशीज प्रेजेंट है तो सब तो पहले ਤੁਸੀਂ ਕਿਹਨੂੰ ਪ੍ਰੈਫਰ ਕਰਨਾ ਕਟਾਈਨਿਕ ਸਪੀਸੀਜ਼ ਨੂੰ ਕਟਾਈਨ ਨੂੰ ਪ੍ਰੈਫਰ ਕਰਨਾ ਠੀਕ ਹੈ ਜੀ ਜਿਹੜੀ ਇਹ ਵਾਲੀ ਟਰਮ ਹੈ ਨਾ ਇਹਦੇ ਪੋਜ਼ਿਟਿਵ ਟਰਮ ਕਿਹੜੀ ਹੈ ਤੇ ਨੈਗੇਟਿਵ ਕਿਹੜੀ ਦੱਸੋ ਮੈਨੂੰ ਕਟਾਈਨਿਕ ਸਪੀਸੀਜ਼ ਦੇ ਵਿੱਚ ਪੋਜ਼ਿਟਿਵ ਟਰਮ ਕਿਹੜੀ ਹੈ ਨਹੀਂ ਪਤਾ ਕਿਹੜੀ ਹੈ ਇਹ ਵਾਲੀ ਸਾਰੀ ਪੋਜ਼ਿਟਿਵ ਟਰਮ ਹੈ ਇਹਦੇ ਉੱਤੇ ਜੇ ਚਾਰਜ ਦੀ ਗੱਲ ਕਰੀਏ 3 ਪੋਜ਼ਿਟਿਵ ਚਾਰਜ ਉੱਪਰ ठीक है CL3 ਜਿਹੜੀ ਹੈ ਨੈਗੇਟਿਵ ਆਇਨ ਹੈ ਕੰਟਰਾਇਡ ਦਾ ਨੈਗੇਟਿਵ ਹੁੰਦਾ ਵਿੱਚ ਔਰ ਪ੍ਰਾਇਮਰੀ ਇਲੈਕਟ੍ਰਿਕ ਫੁਲਫਿਲ ਕਰਦਾ ਵਾ ਸੋ ਵੇਖੋ ਜੀ ਇਹਦਾ ਲਾਈਨ ਨੋਟ ਕਰ ਲਓ ਫਸਟ ਫਿਰ ਅਗਰ ਤੁਹਾਡੇ ਕੋਲ ਕਟਾਈਨਿਕ ਸਪੀਸੀਜ਼ ਪ੍ਰੈਜ਼ੈਂਟ ਹੈ ਉਹਦੇ ਵਿੱਚ ਤੁਸੀਂ ਸਾਰਿਆਂ ਤੋਂ ਪਹਿਲਾਂ ਨੇਮਿੰਗ ਇਹਦੀ ਕਰਨੀ ਹੈ ਇਹ ਵਾਲੀ ਚੀਜ਼ ਦੀ ਇਹਦੀ ਨੇਮਿੰਗ ਪਹਿਲਾਂ ਕਰਨੀ ਹੈ ਤੇ ਪੋਜ਼ਿਟਿਵ ਚਾਰਜ ਹੈ ਠੀਕ ਹੈ ਜੀ ਨੋਟ ਕਰ ਲਓ ਫਿਰ ਫਾਰਮੂਲਾ of the cation formula of the cation is written first एक नंबर पाओगे ये पाओ ठीक है फॉर्मूला ऑफ द cation is written first सो एग्जांपल के तौर पे अपन cation स्पीशीज देखो ले लेंगे हैं जी CO Na3 और नाल क्या है 6 मॉलिक्यूल आ जाएंगे स्केयर करंट आ जाएगी और नाल Cl3 आ जाएगा सो ये सारी कटाइन स्पीशीज है ਇਹਦੇ ਵਿੱਚ ਕਟਾइन ਕਿਹੜਾ ਹੋਵੇ ਦੱਸੋ ਮੈਨੂੰ ਇਹਦੇ ਵਿੱਚ ਇਹ ਕਟਾइन ਹੈ ਇਹਦੇ ਵਿੱਚ ਇਹ ਕੀ ਹੈ ਜੀ कटाइन है और ये वाला क्या है जी अनायन तो सब तो पहले नेमिंग किहदा फार्मूला नोट करेंगे सब तो पहले ਇਹਦਾ फार्मूला नोट करेंगे अगर फार्मूले की गल होती है ना तो सब तो पहले ਇਹਨੂੰ नोट करेंगे सो इस करके ये चीज लेती है लिखा इधर करके नोट कर लो करना है वह ਜਿਹੜੀ ਇਹ ਵਾਲੀ ਚੀਜ਼ ਹੈ ਨਾ ਸਕੁਅਰ ਬ੍ਰੈਕਟ ਦੇ ਵਿੱਚ ਇਹਨੂੰ ਕੋਆਰਡੀਨੇਸ਼ਨ ਐਕਟਿਵ ਜਾਂ ਕੋਆਰਡੀਨੇਸ਼ਨ ਸਕੁਅਰ ਬੋਲਦੇ ਆ ਔਰ ਜਿਹੜਾ Cl ਆ ਜਿਹੜਾ 9 ਲਿਖਿਆ ਹੈ ਉਹਨੂੰ ਕੰਟਰਾਇਡ ਬੋਲਦੇ ਆ ਸੋ ਇਹਨੂੰ ਸਮਝਾਉਣ ਕਰਕੇ ਸਿਰਫ ਇੱਕ
ਸੋ ਨੈਕਸਟ ਦੇਖੋ ਜੀ, ਇਹਨੂੰ ਅਰੇਂਜ ਹੀ ਕਰਦੇ ਰੱਖਾਂ ਜੀ। ਨੈਕਸਟ 2 ਨੰਬਰ ਪਾ ਲਓ ਜੀ, ਨਾਲ ਦਾ 20 ਪਾ ਲਓ। ਸੋ ਇਹਦੇ ਵਿੱਚ ਹੈਗਾ ਜੀ ਕੋਆਰਡੀਨੇਸ਼ਨ ਐਂਟੀ ਇਜ਼ ਰਿਟਨ ਇਨ ਸਕੁਅਰ ਬ੍ਰੈਕਟ। कोऑर्डिनेशन एंटी एंटी ਨੂੰ ਹੋਰ ਕੀ ਬੋਲ ਸਕਦੇ ਹਾਂ ਜੀ? ਕੋਆਰਡੀਨੇਸ਼ਨ ਐਂਟੀ ਨੂੰ ਇੱਕ ਹੋਰ ਨੇਮ ਹੁੰਦਾ ਵਾ, ਦੱਸੋ ਕਿਹੜਾ ਨੇਮ ਹੈ? ਕੋਆਰਡੀਨੇਸ਼ਨ ਸਫੀਅਰ ਵੀ ਕਹਿ ਸਕਦੇ ਹਾਂ, ਅਬਲੀਕ ਪਾ ਕੇ ਸਫੀਅਰ ਵੀ ਦੇਖੋ, ਇਹ ਬੁੱਕ ਦੇ ਵਿੱਚ ਸਫੀਅਰ ਹੋ ਸਕਦਾ। ਕੋਆਰਡੀਨੇਸ਼ਨ ਐਂਟੀ ਜਾਂ ਫਿਰ ਸਫੀਅਰ ਇਜ਼ ਰਿਟਨ ਇਨ ਸਕੁਅਰ ਬ੍ਰੈਕਟ। ਇਹ ਸਕੁਅਰ ਬ੍ਰੈਕਟ ਕਿਹੜੀ ਹੁੰਦੀ ਹੈ भाई? स्क्वायर ब्रैकेट ਕਿਹੜੀ ਹੁੰਦੀ ਹੈ? ਚਲੋ ਜੀ ਦੇਖ ਲਓ ਮਤਲਬ ਇਦਾਂ ਕਰਕੇ ਸਕੁਅਰ ਬ੍ਰੈਕਟ ਹੁੰਦੀ ਹੈ ਕਵਾਲਟ, ਔਰ ਇਹਦੇ ਵਿੱਚ ਰਾਉਂਡ ਬ੍ਰੈਕਟ ਆ ਜਾਂਦੀ ਹੈ ਇਹਦੇ 6 ਮੋਲੀਕੂਲ, ਫਿਰ ਸਕੁਅਰ ਬ੍ਰੈਕਟ। ਇਹ ਵਾਲੀ ਤੁਹਾਡੀ ਸਕੁਅਰ ਬ੍ਰੈਕਟ ਹੈ। ਔਰ ਜਿਹੜੀ ਕੋਆਰਡੀਨੇਸ਼ਨ ਐਂਟੀ ਹੈ ਉਹ ਕਿੱਥੇ ਲਿਖਦੇ ਆ? ਸਕੁਅਰ ਬ੍ਰੈਕਟ 'ਚ ਲਿਖਦੇ ਆ ਹਮੇਸ਼ਾ ਹੀ। ਚੈੱਕ ਕਰ ਲਓ, ਭਾਵੇਂ ਇੱਥੇ ਦੇਖ ਲਓ, ਇੱਥੇ ਵੀ ਇਹ ਵਾਲੀ ਕੋਆਰਡੀਨੇਸ਼ਨ ਐਂਟੀ ਹੈ ਜਿਹੜੀ ਸਕੁਅਰ ਬ੍ਰੈਕਟ ਦੇ ਵਿੱਚ ਇਨਕਲੋਜ਼ਡ ਹੈ, ਔਰ ਇੱਥੇ ਵੀ ਇਹ ਜਿਹੜੀ ਸਕੁਅਰ ਬ੍ਰੈਕਟ ਦੇ ਵਿੱਚ ਇਨਕਲੋਜ਼ਡ ਹੈ, ਇਹ ਵੀ ਸਾਡੀ ਕੋਆਰਡੀਨੇਸ਼ਨ ਐਂਟੀ ਹੈ ਜਾਂ ਕੋਆਰਡੀਨੇਸ਼ਨ ਸਫੀਅਰ ਹੈ। चलो जी थर्ड नंबर देखोगे, नंबर 3 पढ़ लो, सी पढ़ो। ਇਹਦੇ ਵਿੱਚ ਆਊਗਾ ਜੀ सेंट्रल मेटल एटम is placed first and then ligands। सेंट्रल मेटल atoms, central metal atoms is placed first and then ligands, and then ligands। सो देखो जी, ਜਦੋਂ ਵੀ ਕੋਆਰਡੀਨੇਸ਼ਨ ਐਂਟੀ ਹੀ ਬਣਾਉਣੀ ਸ਼ੁਰੂ ਕਰਨੀ ਹੈ, ਲਿਖਣੀ ਸ਼ੁਰੂ ਕਰਨੀ, ਜਦੋਂ ਦਾ ਫਾਰਮੂਲਾ ਲਿਖਣਾ ਸ਼ੁਰੂ ਕਰਨਾ ਵਾ, ਸਭ ਤੋਂ ਪਹਿਲਾਂ ਸੈਂਟਰਲ ਮੈਟਲ ਐਟਮ ਆਊਗਾ, ਉਸ ਤੋਂ ਬਾਅਦ ਲਿਗੈਂਡਸ ਆਊਗਾ। ਠੀਕ ਹੈ ਜੀ, ਜਿਵੇਂ ਇਦਾਂ ਕਰਕੇ ਨੋਟ ਕਰਕੇ ਵੇਖ ਲਓ, ਜਿਵੇਂ ਐਫੀ ਵਾਲਾ ਲੈ ਕੇ ਵੇਖ ਸਕਦੇ ਹਾਂ। ਜਿਵੇਂ ਐਫੀ ਦੀ ਗੱਲ ਕਰ ਲਓ, ਐਫੀ ਦੇ ਨਾਲ ਕੀ ਸਾਈਨੋ, ਸੋ ਐਫੀ ਕੀ ਹੈ? ਸੈਂਟਰਲ ਮੈਟਲ ਐਟਮ ਹੈ, ਸਾਈਨੋ ਕੀ ਹੈ? ਲਿਗੈਂਡਸ ਹੈ, ਔਰ ਬਾਹਰ ਕੀ ਲੱਗ ਜੂਗੀ? ਸਕੁਅਰ ਬ੍ਰੈਕਟ ਲੱਗ ਜੂਗੀ। अगर ਤਾਂ ਕਾਉਂਟਰ ਦੀ ਗੱਲ ਕਰੀਏ, ਕਾਉਂਟਰ ਕਿਹੜਾ ਲੱਗ ਜੂਗਾ ਜੀ? K4 ਸੌਰੀ K4 ਲਿਖੀ ਹੋਊਗਾ। ठीक है जी, अगर ਉਹਦੀ ਗੱਲ ਕਰ ਲਈਏ, ਉਹ ਵੀ ਇਦਾਂ ਹੀ ਆ ਜਾਊਗਾ। ਸਭ ਤੋਂ ਪਹਿਲਾਂ ਕਵਾਲਟ ਆ ਜਾਊਗਾ, ਕਵਾਲਟ ਦੇ ਨਾਲ Na3 ਆ ਜਾਊਗਾ, ਕਿਉਂਕਿ ਕਵਾਲਟ ਸਾਡਾ ਸੈਂਟਰਲ ਮੈਟਲ ਐਟਮ ਹੈ। Na3 ਸਾਡਾ ਕੀ ਹੈ ਜੀ? ਇਹਦੇ 6 ਮੋਲੀਕਿਊਲ ਕੀ ਹੈ? ਲਿਗੈਂਡਸ ਹੈ। ਔਰ ਇਹਦੇ ਬਾਹਰ ਇਹਦਾ ਕਰਕੇ ਸਕੁਅਰ ਬ੍ਰੈਕਟ ਲਾ ਦਾਂਗੇ। ਹੁਣ ਕੀ ਬਣ ਗਿਆ ਇਹ? ਸਾਰੇ ਨੂੰ ਕੀ ਬੋਲਾਂਗੇ? ਕੋਆਰਡੀਨੇਸ਼ਨ ਐਂਟੀ ਜਾਂ ਕੋਆਰਡੀਨੇਸ਼ਨ ਸਫੀਅਰ। ਔਰ ਇਹਦਾ ਜੇ ਕਾਉਂਟਰ ਲਾਓ, ਕਾਉਂਟਰ ਕਿੱਥੇ ਆਊਗਾ? ਇਧਰ ਕਰਕੇ Cl3। ਠੀਕ ਹੈ ਜੀ भाई, ਜਦੋਂ ਮੈਂ ਦਾ ਫਾਰਮੂਲਾ ਲੋਡ ਕਰਨਾ ਵਾ, ਜਦੋਂ ਮੈਂ ਦਾ ਫਾਰਮੂਲਾ ਲੋਡ ਕਰਨਾ, ਪਤਾ ਲੱਗ ਗਿਆ ਕੀ ਲਿਖਣਾ ਹੋਵੇਗਾ। ਸਾਰਿਆਂ ਤੋਂ ਪਹਿਲਾਂ ਕੀ ਲਿਖਣਾ ਜੀ? ਸੈਂਟਰਲ ਮੈਟਲ ਐਟਮ, ਉਸ ਤੋਂ ਬਾਅਦ ਲਿਗੈਂਡਸ। ਠੀਕ ਹੈ ਜੀ, ਉਸ ਤੋਂ ਬਾਅਦ ਸਕੁਅਰ ਬ੍ਰੈਕਟ। ਸੋ ਇਹਦੇ ਅਕੋਰਡਿੰਗ ਇਹ ਲਾਈਨ ਨੋਟ ਕਰ ਲਿਓ, ਨਾਲ ਹੀ ਨੋਟ ਕਰ ਲਓ। ਇਹਨੂੰ ਇੱਕ ਨੰਬਰ ਤੇ ਲਿਖਾਂਗੇ, ਮੈਂ ਨਹੀਂ ਦੇਣਾ ਇਹ ਨੰਬਰ 1 ਤੇ ਇਹਨੂੰ ਲਿਖਾਂਗੇ, ਔਰ ਨੰਬਰ 2 ਤੇ ਇਹਨੂੰ ਲਿਖਾਂਗੇ। ਇਹਨੂੰ 1 ਨੰਬਰ ਦੇ ਦਿਓ, 2 ਦੇ ਦਿਓ। प्लीज कॉपी ਤੇ ਨੋਟ ਕਰ ਲਿਓ ਜੀ। ਇਹ ਸੀਕੁਐਂਸ ਹੈ, ਜਦੋਂ ਵੀ ਕੋਆਰਡੀਨੇਸ਼ਨ ਐਂਟੀ ਲਿਖਣੀ ਹੈ, ਸਭ ਤੋਂ ਪਹਿਲਾਂ ਸੈਂਟਰਲ ਮੈਟਲ ਐਟਮ ਹੋਊਗਾ ਜਿਹੜਾ ਡੀ ਬਲੌਕ ਦੇ ਵਿੱਚ ਲਾਈ ਕਰਦਾ ਹੁੰਦਾ। ਉਸ ਤੋਂ ਬਾਅਦ ਸੈਕੰਡ ਨੰਬਰ ਤੇ ਲਿਗੈਂਡਸ ਆਊਗਾ। ਜਿਵੇਂ Na3 ਦੀ ਗੱਲ ਕਰ ਲਓ, ਇੱਥੋਂ ਜਿੱਥੇ ਇਹਦੀ ਦੱਸੋ ਮੈਨੂੰ ਇਹਦੇ ਵਿੱਚ ਕਿਹੜਾ ਪਹਿਲਾਂ ਆਊਗਾ? ਇਹਦੀ ਗੱਲ ਕਰੀਏ 9 ਸਪੀਸੀਜ਼ ਦੀ। ਸਰ ਐਫੀ ਕੀ ਹੈ ਜੀ? ਇਹ ਸਾਡਾ ਸੈਂਟਰਲ ਮੈਟਲ ਐਟਮ ਹੈ। ਯੈਸ ਸਰ। 2 ਨੰਬਰ ਤੇ ਕਿਹਨੂੰ ਲਵਾਂਗੇ? ਕਿਹਨੂੰ? Cl। ਬਿਲਕੁਲ ਸਹੀ ਹੈ ਜੀ, ਸਾਈਨੋ ਨੂੰ ਲਵਾਂਗੇ, ਇਹ ਸਾਡਾ ਲਿਗੈਂਡਸ ਹੈ। ठीक है जी, उस तो बाद स्क्वायर ब्रैकेट आ जाएगी। यस सर। और साडी कोऑर्डिनेशन एंटी जेडी है, कोऑर्डिनेशन स्फीयर कंप्लीट हो जाएगा। फिर काउंटर एंड केड़ा होगा इसमें? K4। चलो ठीक है, चलो जी हुण इहदे नाल ही शुरू हो कर लो रूल्स फॉर प्लेसिंग द लिगेंड्स। जेडे लिगेंड्स है बड़े लिगेंड्स केड़े दसो मेनू, ऐ दसो लिगेंड्स केड़ा होगा सर? जिवें NH3 है, ਇਹਦੇ ਵਿੱਚ Cl सी है साइड में बोल। चलो ठीक है, ये लेकर चल जाए। नेक्स्ट नोट कर लो। आगे नोट करो, ये है नोट वाली है रूल
rule for placing the ligands. Rules for placing the ligands. Rules for placing the ligands. ਵੇਖੋ ਜੋ ਜਿਹੜੇ ਲਿਗੈਂਡ ਨੂੰ ਕਿਦਾਂ ਪਲੇਸ ਕਰਨਾ ਵਾ ਭਾਵੇਂ ਨੰਬਰ 2 ਵੀ ਦੇ ਸਕਦੇ ਠੀਕ ਹੈ ਜਿਹੜੇ ਲਿਗੈਂਡਸ ਹੈ ਚਾਹੇ ਉਹ ਟਾਈਨਿਕ ਸਪੀਸੀਜ਼ ਹੈ ਚਾਹੇ ਉਹ ਲਾਈਨਿਕ ਸਪੀਸੀਜ਼ ਹੈ ਉਹਦੇ ਵਿੱਚ ਜਿਹੜੇ ਲਿਗੈਂਡਸ ਹੈ ਉਹਨੂੰ ਕਿਦਾਂ ਹੀ ਉਹਦਾ ਫਾਰਮੂਲਾ ਲਿਗੈਂਡ ਨੂੰ ਕਿਦਾਂ ਪਲੇਸ ਕਰਨਾ ਕਿਦਾਂ ਅਲਫਾਬੈਟਿਕ ਆਰਡਰ ਦੇ ਅਕੋਰਡਿੰਗ ਕਰਨਾ ਅਲਫਾਬੈਟਿਕ ਆਰਡਰ ਪਤਾ ਨਹੀਂ ਕੀਤਾ ਜਦੋਂ ਤੁਹਾਡੀ ਕਲਾਸ ਦੇ ਵਿੱਚ ਬੱਚੇ ਹੈ ਹੁਣ ਬ੍ਰਹਮਚੋਦ ਦਾ ਨਾਮ ਇਹਦਾ ਆ ਜਾਂਦਾ ਵਾ ਠੀਕ ਹੈ ਜੀ ਆ ਬ੍ਰਹਮਚੋਦ ਦਾ ਬਦਲ ਆ ਜਾਂਦਾ ਵਾ ਕਾਹਦੇ ਕਰਕੇ ਆ ਅਲਫਾਬੈਟਿਕ ਆਰਡਰ ਕਰਕੇ ਇਹਦੇ ਜਿਹੜੇ ਲਿਗੈਂਡਸ ਹੈ ਮੇਲ ਲਿਗੈਂਡਸ ਕਿਹੜੇ ਤੇ ਸੁਣ ਲਓ और साइड में ठीक है जी अगर इन्हें दोनों को कंपेयर करो तो केड़ा पहला होगा ਇਹਦੇ ਵਿੱਚ ਇਹਦੇ ਕੰਪੈਰੀਜ਼ਨ ਕਰੋ ਕਿਹੜਾ ਪਹਿਲਾ ਹੋਊਗਾ ਸਾਈਡ ਤੋਂ ਪਹਿਲਾ और Na3 ਬਾਅਦ ਚੱਲੂਗਾ ਪਲੱਗ ਅਲਫਾਬੈਟਿਕ ਠੀਕ ਹੈ ਜੀ ਚਲੋ ਇਦਾਂ ਮੈਂ ਤੁਹਾਨੂੰ ਟੈਕ ਹੀ ਦਿੱਤਾ ਵਾ ਕਿ ਆਪਾਂ ਹੋਰ ਕਾਫੀ ਰੂਲ ਹੁੰਦੇ ਨੇ ਵਿੱਚ ਚਲੋ ਇਹਦੇ ਵਿੱਚ ਨੋਟ ਕਰੋ ਜੀ ਫਸਟ ਵਨ ਰੂਲ ਇਹਦੇ ਵਿੱਚ ਲਿਗਨ ਦੇ ਰਿਗਾਰਡਿੰਗ ਪਹਿਲੇ ਫਾਈਲ ਦੀ ਕਿੰਨੀ ਸਮਝ ਨਹੀਂ ਆਉਂਦੀ ਆਉਂਦੀ ਹੋਈ ਹੈ ਨਾ ਆਲਮੋਸਟ ਆਉਂਦੀ ਹੋਈ ਚਲੋ ਫਸਟ ਵਨ ਦੇਖੋ ਜੀ ਇਨ ਅਲਫਾਬੈਟਿਕ ਆਰਡਰ ਲਿਗੈਂਡਸ ਆਰ ਪਲੇਸਡ ਇਨ ਅਲਫਾਬੈਟਿਕ ਆਰਡਰ ਜਦੋਂ ਤੁਸੀਂ ਦੱਸਿਆ ਮੈਨੂੰ ਸਾਈਨੋ ਪਹਿਲਾਂ ਹੋਊਗਾ Na3 ਬਾਅਦ ਜਾਊਗਾ ਲਾਈਨ ਨੋਟ ਕਰ ਲਓ ਲਿਗੈਂਡਸ ਆਰ ਵੈਸੇ ਵੀ ਕਰ ਰਹੇ ਕਰਕੇ ਬਹੁਤ ਜ਼ਿਆਦਾ ਲੱਗਿਆ ਸਾਡਾ ਸੁਸਤ ਵੀ ਹੋ ਗਏ ਨੇ ਔਰ ਦਿਮਾਗ ਵੀ ਵਾਸ਼ ਹੋ ਰਿਹਾ ਮੈਨੂੰ ਅੱਜ ਆਪਦੇ ਆਪ ਨੂੰ ਜਦ ਪਤਾ ਮੇਰਾ ਦਿਮਾਗ ਵੀ ਵਾਸ਼ ਹੋਇਆ ਪਰ ਨਹੀਂ ਆਇਆ थोड़ा झटकाया लगन करके जो है वो नहीं काफी जोर दी बात है मतलब तो मेरा पाकड़े में जा देता ते चलो कोई नहीं letters are placed in alphabetical order ठीक है जी एग्जांपल ले लिए तो एग्जांपल भी कर लेते हैं तो जी एग्जांपल के तौर पे साडे कोल हैगा वा साडे कोल वाटर है वाटर के नाल साडे कोल नाइट्रो ग्रुप है और नाइट्रो के नाल सल्फेट है जी SO4 नेगेटिव उस तो बाद साडे कोल साइनो ग्रुप है नाल क्लोरीन है और दूसरा ਦੱਸੋ ਜੀ ਕਿਹੜਾ ਪਹਿਲਾ ਹੋਊਗਾ ਕਿਹੜਾ ਬਾਅਦ ਹੋਊਗਾ ਸਰ ਪਹਿਲਾਂ ਕਲੋਰੀਨ ਹੋਊਗਾ ਕਿਹੜਾ ਕਲੋਰੀਨ ਪਹਿਲਾ ਕਲੋਰੀਨ ਹੋਊਗਾ ਉਸ ਤੋਂ ਬਾਅਦ ਸਸੀ ਹਾਂਜੀ ਸਸੀ ਪਹਿਲਾ ਕਲੋਰੀਨ ਹੋਊਗਾ ਠੀਕ ਹੈ ਚਲੋ ਅੱਗੇ ਸਾਈਨੋ ਸਾਈਨ ਹੋਊਗਾ ਫਿਰ H2O ਉਸ ਤੋਂ ਬਾਅਦ H2O H2O ਵਾਟਰ ਫਿਰ ਉਸ ਤੋਂ ਬਾਅਦ NO ਨਾਈਟ੍ਰੋ ਗਰੁੱਪ ਹੁੰਦਾ ਜੀ ਅੱਗੇ SO4 2 नेगेटिव ठीक है जी ये फिफ्थ नंबर पे आ जाएगा सो ये दा सीक्वेंस है जी ये दा एरो बना लो बच्चे ने भाई अल्फाबेटिक ਦੇ ਅਕੋਰਡਿੰਗ ਹੈ ਜੀ ਇਹ ਕਲੋਰੀਨ ਜਿਹੜਾ ਸਾਰਾ ਤੋਂ ਪਹਿਲਾਂ ਆਉਂਦਾ ਵਾ ਉਸ ਤੋਂ ਬਾਅਦ ਅਗਰ ਉਹਦੇ ਸੈਕੰਡ ਦੀ ਗੱਲ ਕਰੋ ਸੈਕੰਡ ਮੋਲੀਕੂਲ ਦੀ ਗੱਲ ਕਰੋ ਤੇ L ਵੀ ਜਿਹੜਾ ਵਾ ਜਿਹੜਾ ਸੈਕੰਡ ਵਰਡ ਹੈ ਸੈਕੰਡ ਅਲਫਾਬੈਟ ਹੈ ਉਹ ਵੀ L ਵੀ ਪਹਿਲਾਂ ਹੀ ਆਉਂਦਾ ਵਾ ਇਹਦੇ ਦੁਆਲੇ ਉਸ ਤੋਂ ਬਾਅਦ ਸਾਈਨੋ ਫਿਰ ਵਾਟਰ ਬਾਅਦ ਨਾਈਟ੍ਰੋ ਫਿਰ ਸਲਫੇਟ ਠੀਕ ਹੈ ਜੀ ਇੱਕ ਐਗਜ਼ਾਮਪਲ ਹੋਰ ਲੈ ਲਈਏ ਉਹਦਾ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ ਚਲੋ ਸਾਡੇ ਇੱਕ ਐਗਜ਼ਾਮਪਲ ਆਪਾਂ ਹੋਰ ਲੈ ਲੈਂਦੇ ਹਾਂ ਚਲੋ ਜੀ ਇਹਦੇ ਵਿੱਚ ਐਗਜ਼ਾਮਪਲ ਲੈਂਦੇ ਆਪਾਂ ਚਲੋ ਫਿਰ ਵਾਟਰ ਲੈ ਲਿਆ ਵਾਟਰ ਦੇ ਨਾਲ ਲੈ ਲਿਆ ਅਸੀਂ ਅਮੀਨ ਗਰੁੱਪ ਲੈ ਲਿਆ ਅਮੀਨ ਦੇ ਨਾਲ ਨਾਈਟ੍ਰੇਟ ਗਰੁੱਪ ਲੈ ਲਿਆ NO3 नेगेटिव ਉਹ ਤੋਂ ਸਲਫੇਟ ਵੀ ਲੈ ਲਿਆ ਵਾ और सल्फेट के नाल हाइड्रोक्सी भी ले लिया वा OH नेगेटिव चलो दसो कौन केड़ा पहला होगा ब्राउन सीक्वेंस ये दा आंसर है जी वाटर होगा पक्का ना ये लोग ध्यान लगे कि सही तरह आंसर समझना ठीक है बोले हम क्या बोलो कर ले ना कंपेयर
देखो पहला एन दोनों का सेम है यस पर ਜਿਹੜਾ ਸੈਕੰਡ ਅਲਫਾਬੈਟ ਉਹ ਕਿਹੜਾ ਪਹਿਲਾਂ ਆਉਂਦਾ ਵਾ ਔਰ ਸੈਕੰਡ ਜਿਹੜਾ ਐਚ ਆ ਰਿਹਾ ਤੇ ਉਹ ਆ ਐਚ ਪਹਿਲਾਂ ਆਉਂਦਾ ਵਾ यस ਅਮੀਨ ਸੁਦਾ ਹੋਊਗਾ ਅਮੀਨ NH3 ਤੀਜਾ ਕਿਹੜਾ ਹੋਊਗਾ ਨਾਈਟ੍ਰੇਟ NO3 ਨੈਗੇਟਿਵ ਉਸ ਤੋਂ ਬਾਅਦ सर OH नेगेटिव ਹਾਈਡਰੋਕਸੀ ਉਸ ਤੋਂ ਬਾਅਦ SO4 सल्फेट ठीक है जी चलो जी इदा करके इनको नोट कर लो कॉपी करके थोड़ा बढ़िया करके नोट कर लो समझ गए हो क्योंकि मेरा थोड़ा हाथ नहीं करना चाहता क्या क्लियर है वीडियो का फोटो हाँ जी सर कितना 25 30 किलो 10 हो गया ओके सर चलो नेक्स्ट देखो जी ਇਹਦੇ ਵਿੱਚ B ਹੁਣ B ਰੂਲ ਕੀ ਹੈ ਫਸਟ ਤੇ ਕਹਿੰਦਾ ਕਿ ਅਲਫਾਬੈਟਿਕ ਆਰਡਰ ਦੇ ਅਕੋਰਡਿੰਗ ਕਰਨਾ ਹੁਣ B ਰੂਲ ਵੇਖੋ ਕੀ ਹੈ ਤੇ ਵੀ ਤੁਹਾਨੂੰ ਥੋੜਾ ਸਿੱਖਣ ਦੀ ਬਾਤ ਤੇ ਲੋੜ ਹੈ ਆਇਓ ਤੁਹਾਨੂੰ ਸਮਝ ਆਈ ਹੋ यस सर 95% ਆਈ ਉਹ 5% ਤੋਂ ਲੰਘਣਾ ਰਹਿਣਾ ਜੋ ਪੜ੍ਹਦੇ ਨਹੀਂ ਕਰਦਾ ਕਿਉਂਕਿ ਤੁਹਾਨੂੰ ਕੋਈ ਵੀ ਜਾਇਜ਼ ਨਹੀਂ ਦਾ ਆ ਇਹ ਨਹੀਂ ਲੈਕਚਰ ਹੈ ਨਾ ਸਮਝ ਆ ਲਾਸਟ ਟਾਈਮ ਕਿੰਨਾ ਬਾਕੀ ਕੀਤਾ ਲਿਆ ਦਾ ਨਹੀਂ ਹੈ एनी एज ਨੇ ਯਾਰ एनी ਨਾ आई सर नहीं आई ਮਜੋ ਤੋਂ ਰੋਣੀ ਨਾਲ ਸ਼ਬਦ ਹੀ सर ਇਹ ਨਹੀਂ ਹੈ ਅੱਛਾ ਤੁਸੀਂ ਲਾਸਟ ਟਾਈਮ ਲੈਕਚਰ ਨਹੀਂ ਕੀਤਾ ਫਿਰ ਤੁਹਾਨੂੰ ਥੋੜੀ ਗਿਆਨ ਦੀ ਲੋੜ ਹੀ ਚਲੋ ਕੋਈ ਨਹੀਂ ਆਇਓ ਆਪਣਾ ਫਿਰ ਸਾਰਾ ਬੜਾ ਦੱਸਦਾ ਹੈ ਇਹਨੂੰ ਵੇਖੋ ਜੀ ਬਿਠਾਓ ਇੱਕ ਮਿੰਟ ਆ ਕੇ ਅੱਜ ਹੀ ਬਿਠਾ ਦਿਓ ਇਹਦਾ ਤੂੰ ਬਣਾ ਦੇ ਯਾਰ ਆਪਣੇ ਆ ਕੀ ਦਾ ਮੈਂ ਕਰ ਕੀ ਦਾ ਆਪ ਦਾ ਜਮੀਨ ਘਰੇ ਬੜੀ ਜਮੀਨ ਹੈ हाँ जी सर ना गूगल बाबा गया वा ਉਸ ਦੀ ਪੈਦਾ ਹੀ ਸਿੱਧਾ ਪੇਪਰ ਲੈ ਨਾ 0 ਨੰਬਰ ਆਣਾ 0 ਦਾ ਵਾਦੇ ਨਾ ਕਹਿੰਦਾ ਮੈਂ ਵਾਦੇ ਨਾ ਜੀ ਸਹੀ ਗੱਲ 0 ਨੰਬਰ ਆਣਾ ਜੀ ਆ ਤਾਂ ਨਹੀਂ कैडा सर लाओ खुदा ਜਾਣ ਭਾਈ ਯਾਰ ਜਾਣ सर टेस्ट में नहीं है हाँ इधर हो गया डॉक्टर नहीं ਲੈ ਆਓ ਜੇ ਲਗਾ ਦੋ ਚਲੋ ਜੀ ਦੇਖੋ ਜੀ ਬੀ ਰੂਲ ਕੀ ਹੈ ਇਹਦੇ ਵਿੱਚ ਜਿਹੜਾ ਬੀ ਰੂਲ ਨੂੰ ਨੋਟ ਕਰੋ ਇਹਦੇ ਵਿੱਚ ਬੀ ਰੂਲ ਹੈਗਾ ਜੀ ਲਿਖਣ ਦੇ ਰਿਗਾਰਡਿੰਗ NH3 ਔਰ NH2 ਦੱਸੋ ਜੀ ਅਲਫਾਬੈਟਿਕ ਦੇ ਅਕੋਰਡਿੰਗ ਕਿਹੜਾ ਪਹਿਲਾਂ ਆਊਗਾ सर and ਪੱਕਾ yes sir and two ਹਾਂ sir ये ਦੱਸੋ ਕਿਉਂ ਪਹਿਲਾਂ ਆਊਗਾ सर कितने सिंगल ਦੇਖੋ ਜੀ ਇੱਕ ਮਿੰਟ ਦੀ ਗਲਤ ਕਰ ਦਿਓ और ना पहला ਅਮੀਰ ਪਹਿਲਾਂ ਕਿਉਂ ਆਊਗਾ ਅਮੀਰ ਦਾ ਵੀ ਕਰ ਰਹੇ ਵੇਖੋ ਜੀ ਇਹਦੇ ਵਿੱਚ ਕਹਿੰਦੇ ਕਿੰਨੇ ਬਾਲੀਵੁੱਡ ਆ ਇਹਦੇ ਵਿੱਚ ਕਹਿੰਦੇ ਜਿਹਦੇ ਵਿੱਚ ਮਿਨੀਮਮ ਹੋਣਗੇ ਤੇ ਕਹਿੰਦੇ ਕਿੰਨੇ ਆ ਜੀ ਐਨ ਮਿਨੀਮਮ ਹੈ ਨੋਟ ਕਰ ਲਓ ਤੁਹਾਨੂੰ ਕਿਦਾਂ ਭੁੱਲ ਜਾਣਾ ਬਾਅਦ ਐਨ ਮਿਨੀਮਮ ਹੈ ਇਹਦੇ ਵਿੱਚ ਐਨ ਮੈਕਸਿਮਮ ਹੈ ਠੀਕ ਹੈ ਜੀ ਸੋ ਪਹਿਲਾਂ ਜਿਹੜਾ ਮਿਨੀਮਮ ਨੂੰ ਪ੍ਰੈਫਰ ਕਰਾਂਗੇ ਦੇਖ ਲਓ ਜੀ ਐਨ ਮਿਨੀਮਮ ਪ੍ਰੈਫਰਡ ਠੀਕ ਹੈ ਜੀ ਜਿਹੜਾ ਮਿਨੀਮਮ ਐਨ ਨੂੰ ਪ੍ਰੈਫਰ ਕਰਾਂਗੇ ਸੋ ਇੱਥੇ ਆਨਸਰ ਕੀ ਆਏਗਾ ਫਿਰ ਦਾ NH3 ਪਹਿਲਾਂ ਆਊਗਾ NH2 ਬਾਅਦ ਆਊਗਾ ਠੀਕ ਹੈ ਜੀ ਕਲੀਅਰ ਹੈ ਚੌਕਾ ਰੂਲ ਜੀ ਹੁਣ ਵੀਡੀਓ ਦਾ ਟਾਈਮ ਦੇ ਦਿਓ ਯਾਰ ਬਥੇਰੀ ਕੀ ਕਰਨਾ 28 ਕੋਈ ਨਹੀਂ 29 ਹੋ ਗਿਆ ਬਸ ਕੋਈ ਨਹੀਂ ਚਲੋ ਨੈਕਸਟ ਨੂੰ ਇੱਕ ਹੋਰ ਦੇਖੋ ਸੀ ਨੰਬਰ ਪਾ ਲਓ ਇਹ ਵੀ ਲਿਖਣ ਦੇ ਅਕੋਰਡਿੰਗ ਹੀ ਹੈ ਇਹਦੇ ਵਿੱਚ ਦੇਖੋ ਜੀ ਮੈਂ ਇੱਕ ਨੀਲ ਲੈ ਲਿਆ ਵਾ ਔਰ ਇਹਦੇ ਨਾਲ ਮੈਂ ਇੱਕ ਨਾਈਟ੍ਰੋ ਗਰੁੱਪ ਲੈ ਲਿਆ ਵਾ ਔਰ ਇਹਦਾ ਨੈਗੇਟਿਵ ਚਾਰਜ ਵੀ ਹੈ ਹੁਣ ਦੋਸਤੋ ਜੀ ਜਿਹੜਾ ਹੋਊਗਾ ਫਸਟ ਪ੍ਰੈਫਰੈਂਸ ਕਿਹਨੂੰ ਜਾਊਗੀ देखो पहले एन की गल करो इधर भी एन है एक मॉलिक्यूल इधर भी आंदा एक मॉलिक्यूल है उस तो बाद सेकंड अल्फाबेट की गल करो इधर एच है ओ है अल्फाबेटिकली एच पहला होगा कि ओ पहला होगा कितनी प्रेफरेंस होगी फिर NH3 और सेकंड नंबर पे नाइट्रो ग्रुप ठीक है जी चलो जाइए पहले तो समझाइए देखो जी अल्फाबेटिकली दोनों सेम है ਇਹਦੇ ਵੀ ਮੋਲੀਕੂਲ ਇਹਦਾ 1 ਮੋਲੀਕੂਲ ਇਹਦਾ 1 ਮੋਲੀਕੂਲ ਹੈ ਸੈਕੰਡ ਅਲਫਾਬੈਟ ਦੀ ਗੱਲ ਕਰੋ
ਅਲਫਾਬੈਟਿਕਲੀ ਉਹ ਪਹਿਲਾਂ ਆਉਂਦਾ ਕਿ ਐਚ ਪਹਿਲਾਂ ਆਉਂਦਾ ਸਰ ਜੀ ਐਚ ਪਹਿਲਾਂ ਆਉਂਦਾ ਇਸ ਕਰਕੇ ਐਨਆਈ 3 ਤੁਸੀਂ ਪਹਿਲ ਦੇ ਦਿੱਤੀ ਆ ਫਸਟ Sir, 30 ਹੋ ਗਈ। ਦੇ ਦਿੱਤਾ ਵਾ ਹਾਂਜੀ 30 ਹੋ ਗਈ ਕਿੰਨੀ 30 ਹੋ ਗਈ ਸਾਡੀ 10 ਚੱਲ ਚਲੋ ਜੀ ਇਹਨੂੰ ਨੋਟ ਕਰ ਲਿਓ ਨੈਕਸਟ ਫਿਰ ਆਪਾਂ ਸ਼ੁਰੂ ਕਰ ਲੈਂਦੇ ਹਾਂ